Good morning, student. In today's lecture, we are going to discuss the multiple choice questions based on quantization of charge, Coulomb law, dipole moment and electric field. ਬੇਟਾ ਸਾਰੇ ਕੁਐਸਚਨ ਜਿਹੜੇ ਨੇ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੇ ਨਾਲ ਬੇਟਾ ਇਹਨਾਂ ਦੇ ਜਿਹੜੇ ਕਨਸੈਪਟ ਨੇ ਉਹ ਵੀ ਆਪਾਂ ਕਲੀਅਰ ਕਰਾਂਗੇ। ਇਹਨਾਂ ਦੇ ਨਾਲ ਜਿਹੜੇ ਕੁਐਸਚਨ ਦੇ ਨਾਲ ਬੇਟਾ ਜਿਹੜੇ ਰਿਲੇਟਡ ਹੋਰ ਕੁਐਸਚਨਸ ਜਿਹੜੇ ਹੋਣਗੇ ਉਹ ਵੀ ਬੇਟਾ ਮੈਂ ਤੁਹਾਨੂੰ ਨਾਲ ਨਾਲ ਵਿੱਚ ਦੱਸੀ ਜਾਵਾਂਗਾ। ਨਾਓ the first question is the law of force that governs the force between two electric charges are discovered by। ਬੇਟਾ ਜਿਹੜੀ ਦੋ ਚਾਰਜਿਸ ਵਿੱਚ ਜਿਹੜੀ ਫੋਰਸ ਹੈ ਉਹ ਕਿੰਨੇ ਡਿਸਕਵਰ ਕੀਤੀ? ਬੇਟਾ ਇਹ ਸਭ ਨੂੰ ਪਤਾ ਹੈ, ਅਸੀਂ ਕੂਲਮ ਲਾਅ ਪੜ੍ਹਿਆ। ਦੋ ਚਾਰਜਿਸ ਵਿੱਚ ਜਿਹੜੀ ਫੋਰਸ ਹੈ ਇਟਸ ਡਿਸਕਵਰਡ ਬਾय ਕੂਲਮ ਲਾਅ। ਨਾਓ ਸੈਕੰਡ, ਇਲੈਕਟ੍ਰੋਸਟੈਟਿਕ ਫੋਰਸ ਬਿਟਵੀਨ ਟੂ ਇਲੈਕਟ੍ਰੋਨਸ। ਬੇਟਾ ਸਾਡੇ ਚਾਰਜਿਸ ਜਿਹੜੇ ਨੇ ਉਹਨਾਂ ਦੀ ਜਗ੍ਹਾ ਤੇ ਸਾਨੂੰ ਬੇਟਾ ਇਲੈਕਟ੍ਰੋਨ ਦੇ ਦਿੱਤੇ ਨੇ। ਸੈਪਰੇਟਿਡ ਬਾਏ ਡਿਸਟੈਂਸ ਆਰ ਵੇਰੀਜ਼ ਐਜ਼। ਜਿਨ੍ਹਾਂ ਵਿੱਚ ਬੇਟਾ ਡਿਸਟੈਂਸ ਆਰ ਹੈ ਉਹ ਫੋਰਸ ਕਿਸ ਤਰ੍ਹਾਂ ਵੇਰੀ ਕਰਦੀ ਹੈ। ਆਓ ਪਹਿਲਾਂ ਬੇਟਾ ਇੱਕ ਨਾਲ ਅਸੀਂ ਇਹਦਾ ਪਹਿਲਾਂ ਫਾਰਮੂਲਾ ਲਿਖ ਕੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੂਲਮ ਲਾਅ ਦਾ ਬੇਟਾ ਫਾਰਮੂਲਾ F ਇਜ਼ ਇਕੁਅਲ ਟੂ 1/4 ਪਾਈ ਐਪਸਾਈਲੋਨ ਨੌਟ Q1 Q2 divided by R square। बेटा F proportional to 1/R square। ਉਹਨੇ ਬੇਟਾ ਪਿੱਛੇ ਕੁਐਸਚਨ ਪੁੱਛਿਆ ਕਿ ਜਿਹੜੀ ਫੋਰਸ ਹੈ ਉਹ ਡਿਸਟੈਂਸ ਦੇ ਅਕੋਰਡਿੰਗ ਕਿਸ ਤਰ੍ਹਾਂ ਵੇਰੀ ਕਰਦੀ ਹੈ। ਜਾਂ ਤੁਸੀਂ ਲਿਖ ਸਕਦੇ ਬੇਟਾ ਕਿ ਫੋਰਸ ਇਨਵਰਸਲੀ ਪ੍ਰਪੋਰਸ਼ਨਲ ਟੂ ਸਕੇਅਰ ਆਫ ਡਿਸਟੈਂਸ, ਜਾਂ ਬੇਟਾ ਇਹਨੂੰ ਅਸੀਂ ਲਿਖ ਸਕਦੇ ਹਾਂ ਕਿ F ਪ੍ਰਪੋਰਸ਼ਨਲ ਟੂ R ਦੀ ਪਾਵਰ ਬੇਟਾ -2 ਇਹਨੂੰ ਉੱਪਰ ਲੈ ਜਾਓਗੇ ਤੇ ਉਹ ਬਣ ਜਾਏਗਾ ਤੁਹਾਡੀ F ਪ੍ਰਪੋਰਸ਼ਨਲ ਟੂ R ਰੇਜ਼ ਟੂ ਪਾਵਰ -2। ਨਾਓ ਕਮ ਟੂ ਕੁਐਸਚਨ। ਇਲੈਕਟ੍ਰੋਸਟੈਟਿਕ ਫੋਰਸ ਬਿਟਵੀਨ ਟੂ ਇਲੈਕਟ੍ਰੋਨ ਸਪਰੇਟਿਡ ਬਾਈ ਡਿਸਟੈਂਸ ਵੇਰੀਜ਼ ਐਜ਼। ਨਾਓ ਫਸਟ ਵਿੱਚ ਬੇਟਾ R ਸਕੁਏਅਰ ਹੈ, ਦੂਜੇ ਵਿੱਚ ਬੇਟਾ R ਦੀ ਪਾਵਰ -1 ਹੈ। ਸਾਡਾ ਤੇ ਇਨਵਰਸਲੀ ਪ੍ਰਪੋਰਸ਼ਨਲ ਟੂ R ਸਕੁਏਅਰ ਆਣਾ ਹੈ ਐਂਡ ਦਿਸ ਇਜ਼ ਦਾ ਲਾਸਟ ਆਪਸ਼ਨ। ਬੇਟਾ ਇਹ ਆਨਸਰ ਆਏਗਾ। ਜਿਹੜੀ ਫੋਰਸ ਹੈ ਇਨਵਰਸਲੀ ਪ੍ਰਪੋਰਸ਼ਨਲ ਟੂ R ਸਕੁਏਅਰ। ਬੇਟਾ ਇਨ ਕੇਸ ਇਲੈਕਟ੍ਰਿਕ ਫੀਲਡ ਪੁੱਛ ਲਿਆ ਜਾਏ ਉਹ ਵੀ ਬੇਟਾ ਇਸ ਤਰ੍ਹਾਂ ਹੀ ਵੇਰੀ ਕਰੇਗਾ, ਇਨਵਰਸਲੀ ਪ੍ਰਪੋਰਸ਼ਨਲ ਟੂ R ਸਕੁਏਅਰ, ਜਾਂ ਬੇਟਾ ਇਸ ਤਰ੍ਹਾਂ ਲਿਖਿਆ ਹੋਏਗਾ, ਜਾਂ ਬੇਟਾ ਇਹਨੂੰ ਅਸੀਂ ਲਿਖ ਸਕਦੇ ਹਾਂ R ਦੀ ਪਾਵਰ -2 ਦੇ ਜਿਹੜਾ ਹੈ ਪ੍ਰਪੋਰਸ਼ਨਲ ਹੈ। ਤੇ ਜੇ ਬੇਟਾ ਪੋਟੈਂਸ਼ੀਅਲ ਹੋਏਗਾ ਉਹ ਧਿਆਨ ਰੱਖਣਾ ਹੈ ਇਨਵਰਸਲੀ ਪ੍ਰਪੋਰਸ਼ਨਲ ਟੂ R ਹੈ। ਬੇਟਾ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਇਹ ਤਿੰਨੋਂ ਫਾਰਮੂਲੇ, ਫੋਰਸ ਵੀ ਇਨਵਰਸਲੀ ਪ੍ਰਪੋਰਸ਼ਨਲ ਟੂ R ਸਕੁਏਅਰ ਵੇਰੀ ਕਰਦੀ ਹੈ, ਇਲੈਕਟ੍ਰਿਕ ਫੀਲਡ ਵੀ ਇਨਵਰਸਲੀ ਪ੍ਰਪੋਰਸ਼ਨਲ ਟੂ R ਸਕੁਏਅਰ ਹੈ, ਤੇ ਬੇਟਾ ਜਿਹੜਾ ਪੋਟੈਂਸ਼ੀਅਲ ਹੈ ਇਨਵਰਸਲੀ ਪ੍ਰਪੋਰਸ਼ਨਲ ਟੂ R। ਬੇਟਾ ਇਹਨੂੰ ਅਸੀਂ ਹੋਰ ਲਿਖ ਸਕਦੇ ਹਾਂ R ਦੀ ਪਾਵਰ -1। ਹਾਂਜੀ ਬੇਟਾ ਕਲੀਅਰ। ਬੇਟਾ ਇਹ ਦੋਨੋਂ ਜਿਹੜੇ ਫਾਰਮੂਲੇ ਹੈ ਨਾ ਓਨਲੀ ਫॉर ਪੁਆਇੰਟ ਚਾਰਜ। ਬੇਟਾ ਸਿਰਫ ਤੇ ਸਿਰਫ ਹੈ ਪੁਆਇੰਟ ਚਾਰਜ ਵਾਸਤੇ ਹੀ ਬੇਟਾ ਇਹ ਐਪਲੀਕੇਬਲ ਨੇ, ਇਹ ਧਿਆਨ ਰੱਖਣਾ ਹੈ, ਡਾਈਪੋਲ ਵਾਸਤੇ ਨਹੀਂ। ਇਸ ਤੋਂ ਬਾਅਦ ਅਸੀਂ ਬੇਟਾ ਡਿਸਕਸ ਕਰਾਂਗੇ ਡਾਈਪੋਲ ਵਾਲਾ ਜਿਹੜਾ ਫੀਲਡ ਹੈ ਉਹ ਕਿਸ ਤਰ੍ਹਾਂ ਬੇਟਾ ਵੇਰੀ ਕਰਦਾ ਹੈ। ਜੇ ਸਾਡੇ ਕੋਲ ਬੇਟਾ ਇਲੈਕਟ੍ਰਿਕ ਫੀਲਡ ਡਾਈਪੋਲ ਦਾ ਹੋਵੇ, ਭਾਵੇਂ ਬੇਟਾ ਉਹ ਇਲੈਕਟ੍ਰਿਕ ਫੀਲਡ ਤੁਸੀਂ ਐਕਸੀਅਲ ਲਾਈਨ ਦੇ ਉੱਤੇ ਨਿਕਾਲੋ, ਭਾਵੇਂ ਤੁਸੀਂ ਇਕੁਈਟੋਰੀਅਲ ਲਾਈਨ ਉੱਪਰ ਨਿਕਾਲੋ, ਇਲੈਕਟ੍ਰਿਕ ਫੀਲਡ ਬੇਟਾ ਵੇਰੀ ਕਰਦਾ ਇਨਵਰਸਲੀ ਪ੍ਰਪੋਰਸ਼ਨਲ ਟੂ R ਕਿਊਬ। ਇਹਨੂੰ ਅਸੀਂ ਬੇਟਾ ਲਿਖ ਸਕਦੇ ਹਾਂ R ਦੀ ਪਾਵਰ -3। ਇਹ ਧਿਆਨ ਰੱਖਣਾ ਬੇਟਾ। ਤੇ ਜੇ ਪੋਟੈਂਸ਼ੀਅਲ ਅਸੀਂ ਗੱਲ ਕਰੀਏ ਡਾਈਪੋਲ ਦਾ ਜਿਹੜਾ ਪੋਟੈਂਸ਼ੀਅਲ ਹੈ ਉਹ ਬੇਟਾ ਜਿਹੜਾ ਹੈ ਪ੍ਰਪੋਰਸ਼ਨਲ ਟੂ 1/R ਸਕੁਏਅਰ, ਜਾਂ ਅਸੀਂ ਲਿਖ ਸਕਦੇ ਹਾਂ ਬੇਟਾ ਨੂੰ R ਦੀ ਪਾਵਰ -2। ਹਾਂਜੀ ਬੇਟਾ ਕਲੀਅਰ। ਇਲੈਕਟ੍ਰਿਕ ਫੀਲਡ ਡਾਈਪੋਲ ਦਾ ਇਨਵਰਸਲੀ ਪ੍ਰਪੋਰਸ਼ਨਲ ਟੂ R ਕਿਊਬ ਤੇ ਪੋਟੈਂਸ਼ੀਅਲ ਬੇਟਾ ਡਾਈਪੋਲ ਦਾ ਇਨਵਰਸਲੀ ਪ੍ਰਪੋਰਸ਼ਨਲ ਟੂ R ਸਕੁਏਅਰ
ਤੇ ਬੇਟਾ ਜਿਹੜੀ ਇਕੁਈਟੋਰੀਅਲ ਲਾਈਨ ਹੁੰਦੀ ਹੈ ਉਹਦੇ ਉੱਪਰ ਜਿਹੜਾ ਹੈ ਪੋਟੈਂਸ਼ੀਅਲ ਨਹੀਂ ਹੁੰਦਾ। ਯਾਦ ਰੱਖਣਾ ਹੈ ਸਿਰਫ ਤੇ ਸਿਰਫ ਪੋਟੈਂਸ਼ੀਅਲ ਐਕਸੀਅਲ ਲਾਈਨ ਦਾ ਨਿਕਾਲਦੇ ਹਾਂ। ਇਕੁਈਟੋਰੀਅਲ ਲਾਈਨ ਉੱਪਰ ਬੇਟਾ ਸਾਡਾ ਪੋਟੈਂਸ਼ੀਅਲ 0 ਹੈ ਤੇ ਇਕੁਈਟੋਰੀਅਲ ਜਿਹੜਾ ਪਲੇਨ ਹੈ ਉਹਨੂੰ ਅਸੀਂ ਬੇਟਾ ਇਕੁਈ ਪੋਟੈਂਸ਼ੀਅਲ ਸਰਫੇਸ ਵੀ ਕਹਿ ਸਕਦੇ ਹਾਂ। ਹੁਣ ਬੇਟਾ ਇਹ ਚੀਜ਼ਾਂ ਨੂੰ ਧਿਆਨ 'ਚ ਰੱਖੋ ਕਿ ਫੋਰਸ ਦਾ ਬੇਟਾ ਇਹਨੂੰ ਨੋਟ ਕਰ ਲਓ ਕਿ ਫੋਰਸ ਇਨਵਰਸਲੀ ਪ੍ਰੋਪੋਰਸ਼ਨ ਟੂ ਆਰ ਸਕੁਅਰ ਤੇ ਇਲੈਕਟ੍ਰਿਕ ਫੀਲਡ ਵੀ ਇਨਵਰਸਲੀ ਪ੍ਰੋਪੋਰਸ਼ਨ ਟੂ ਆਰ ਸਕੁਅਰ। ਪੁਆਇੰਟ ਚਾਰਜ ਦਾ ਪੋਟੈਂਸ਼ੀਅਲ ਜਿਹੜਾ ਹੈ ਇੱਕ ਚਾਰਜ ਦਾ ਇਨਵਰਸਲੀ ਪ੍ਰੋਪੋਰਸ਼ਨ ਟੂ ਆਰ। ਤੇ ਬੇਟਾ ਨਾਲ ਦੇ ਨਾਲ ਹੈ ਬੇਟਾ ਡਾਈਪੋਲ ਦਾ ਜਿਹੜਾ ਇਲੈਕਟ੍ਰਿਕ ਫੀਲਡ ਹੈ ਇਨਵਰਸਲੀ ਪ੍ਰੋਪੋਰਸ਼ਨ ਟੂ ਆਰ ਕਿਊਬ, ਭਾਵੇਂ ਐਕਸੀਅਲ ਹੈ ਭਾਵੇਂ ਇਕੁਈਟੋਰੀਅਲ ਲਾਈਨ ਉੱਪਰ ਹੈ। ਤੇ ਬੇਟਾ ਜਿਹੜਾ ਪੋਟੈਂਸ਼ੀਅਲ ਹੈ ਡਾਈਪੋਲ ਦਾ ਉਹ ਆਏਗਾ ਬੇਟਾ ਇਨਵਰਸਲੀ ਪ੍ਰੋਪੋਰਸ਼ਨ ਟੂ ਆਰ ਸਕੁਅਰ। ਬੇਟਾ ਐਕਸੀਅਲ ਲਾਈਨ ਤੇ ਇਕੁਈਟੋਰੀਅਲ ਲਾਈਨ ਦੇ ਫੀਲਡ ਜਿਹੜੇ ਨੇ ਇਹਨਾਂ ਵਿੱਚ ਹੀ ਬੇਟਾ ਥੋੜ੍ਹੀ ਜਿਹੀ ਆਪਾਂ ਡਿਸਕਸ਼ਨ ਜੇ ਹੁਣ ਸ਼ੁਰੂ ਹੋਈ ਆ ਤੇ ਕਰ ਲੈਂਦੇ ਹਾਂ ਕਿ ਜਿਹੜਾ ਐਕਸੀਅਲ ਲਾਈਨ ਹੈ ਫੀਲਡ ਬੇਟਾ ਉਹਦੇ ਵਿੱਚ ਖਾਸ ਤੌਰ 'ਤੇ ਧਿਆਨ ਰੱਖਣਾ ਹੈ ਕਿ ਜਿੱਧਰ ਨੂੰ ਸਾਡੀ ਬੇਟਾ ਡਾਈਪੋਲ ਮੂਵਮੈਂਟ ਹੁੰਦੀ ਹੈ ਉਧਰ ਹੀ ਬੇਟਾ ਸਾਡੀ ਜਿਹੜੀ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਡਾਇਰੈਕਸ਼ਨ ਹੁੰਦੀ ਹੈ। ਇਹ ਦੋਨੋਂ ਬੇਟਾ ਆਪਸ ਵਿੱਚ ਪੈਰਲਲ ਨੇ। ਪਰ ਬੇਟਾ ਜੇਕਰ ਅਸੀਂ ਇਕੁਈਟੋਰੀਅਲ ਲਾਈਨ ਦੇ ਫੀਲਡ ਦੀ ਗੱਲ ਕਰਦੇ ਹਾਂ ਤੇ ਡਾਈਪੋਲ ਮੂਵਮੈਂਟ ਦੇ ਸਾਡਾ ਬੇਟਾ ਜਿਹੜਾ ਓਪੋਜਿਟ ਜਿਹੜਾ ਹੈ ਇਲੈਕਟ੍ਰਿਕ ਫੀਲਡ ਹੁੰਦਾ ਇਕੁਈਟੋਰੀਅਲ ਲਾਈਨ ਦੇ ਵਿੱਚ ਬੇਟਾ। ਹਾਂਜੀ ਬੇਟਾ ਕਲੀਅਰ। ਉਸ ਤੋਂ ਬਾਅਦ ਜਿਹੜਾ ਬੇਟਾ ਸਾਡੀ ਜਿਹੜੀ ਐਕਸੀਅਲ ਲਾਈਨ ਹੈ ਉਹਦਾ ਫੀਲਡ ਬੇਟਾ ਟਵਾਈਸ ਹੁੰਦਾ ਹੈ ਇਕੁਈਟੋਰੀਅਲ ਲਾਈਨ। ਪਰ ਬੇਟਾ ਕੰਡੀਸ਼ਨ ਇੱਕ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ, ਜਿੰਨਾ ਸੈਂਟਰ ਤੋਂ ਤੁਸੀਂ ਐਕਸੀਅਲ ਲਾਈਨ ਉੱਪਰ ਆਬਜ਼ਰਵੇਸ਼ਨ ਪੁਆਇੰਟ ਦੀ ਦੂਰੀ ਹੈ ਓਨੇ ਹੀ ਡਿਸਟੈਂਸ ਬੇਟਾ ਤੁਹਾਡਾ ਸੈਂਟਰ ਤੋਂ ਇਕੁਈਟੋਰੀਅਲ ਲਾਈਨ ਉੱਪਰ ਹੋਣੀ ਚਾਹੀਦੀ ਹੈ। ਕਹਿਣ ਦਾ ਮਤਲਬ ਬੇਟਾ ਜਿਹੜਾ ਡਿਸਟੈਂਸ ਹੈ ਆਰ ਇਹ ਦੋਨਾਂ ਕੇਸਾਂ ਵਿੱਚ ਬੇਟਾ ਸੇਮ ਹੋਣਾ ਚਾਹੀਦਾ ਹੈ। ਫਿਰ ਬੇਟਾ ਤੁਹਾਡੇ ਕੋਲ ਜਿਹੜਾ ਐਕਸੀਅਲ ਲਾਈਨ ਦਾ ਫੀਲਡ ਜਿਹੜਾ ਹੈ ਉਹ ਟਵਾਈਸ ਹੋਏਗਾ ਇਕੁਈਟੋਰੀਅਲ ਲਾਈਨ ਦੇ। ਨਾਓ ਬੇਟਾ ਕਮ ਟੂ ਨੈਕਸਟ ਪ੍ਰੋਬਲਮ। ਨਾਓ ਥਰਡ, ਐਗਜ਼ਿਸਟੈਂਸ ਆਫ ਨੈਗੇਟਿਵ ਚਾਰਜ ਔਨ ਏ ਬੋਡੀ ਇੰਪਲਾਈਜ਼ ਦੈਟ। ਬੇਟਾ ਕਿਸੇ ਵੀ ਬੋਡੀ ਉੱਪਰ ਜੇ ਨੈਗੇਟਿਵ ਚਾਰਜ ਹੈ ਤੇ ਧਿਆਨ ਰੱਖਣਾ ਹੈ ਕਿ ਉਹਦੇ ਕੋਲ ਐਕਸੈਸ ਇਲੈਕਟ੍ਰੋਨ ਨੇ, ਉਹਨੇ ਇਲੈਕਟ੍ਰੋਨ ਜਿਹੜੇ ਨੇ ਦੂਸਰੀ ਬੋਡੀ ਤੋਂ ਗੇਨ ਕੀਤੇ ਨੇ। ਤੇ ਜੇ ਕਿਸੇ ਬੋਡੀ ਉੱਪਰ ਬੇਟਾ ਪੋਜ਼ਿਟਿਵ ਚਾਰਜ ਹੈ ਉਹਨੇ ਆਪਣੇ ਇਲੈਕਟ੍ਰੋਨ ਜਿਹੜੇ ਨੇ ਲਾਸ ਕਰਤੇ। ਹੁਣ ਸਾਡੇ ਕੋਲ ਗੱਲ ਹੋ ਰਹੀ ਹੈ ਕਿ ਨੈਗੇਟਿਵ ਚਾਰਜ ਹੈ ਬੋਡੀ ਉੱਪਰ, ਇਹਦਾ ਮਤਲਬ ਕਿ ਸਾਡੇ ਕੋਲ ਉਹਨੇ ਇਕਵਾਇਰਡ ਸਮ ਇਲੈਕਟ੍ਰੋਨ ਫਰੋਮ ਆਊਟਸਾਈਡ, ਉਹਨੇ ਕਿਤੇ ਨਾ ਕਿਤੋਂ ਇਲੈਕਟ੍ਰੋਨ ਲਏ ਨੇ। ਇੱਕ ਬੇਟਾ ਲਿਖਿਆ ਪ੍ਰੋਟੋਨ। ਬੇਟਾ ਪ੍ਰੋਟੋਨ ਤੇ ਨਿਊਕਲੀਅਸ ਦੇ ਅੰਦਰ ਹੁੰਦੇ ਨੇ, ਉਹਨਾਂ ਦਾ ਕੋਈ ਵਿੱਚ ਰੋਲ ਨਹੀਂ, ਸਿਰਫ ਇਲੈਕਟ੍ਰੋਨ ਹੀ ਜਿਹੜੇ ਨੇ ਉਹ ਟਰਾਂਸਫਰ ਹੁੰਦੇ ਨੇ। ਠੀਕ ਹੈ ਬੇਟਾ, ਇੱਕ ਬੋਡੀ ਤੋਂ ਦੂਸਰੀ ਬੋਡੀ ਤੇ। ਜੇ ਪੋਜ਼ਿਟਿਵ ਚਾਰਜ ਹੈ ਇਹਦਾ ਮਤਲਬ ਇਲੈਕਟ੍ਰੋਨ ਲੋਸ ਹੋ ਗਏ ਨੇ, ਜੇ ਬੇਟਾ ਉਹ ਨੈਗੇਟਿਵ ਚਾਰਜ ਹੈ ਇਹਦਾ ਮਤਲਬ ਉਹਨੇ ਇਲੈਕਟ੍ਰੋਨ ਜਿਹੜੇ ਨੇ ਗੇਨ ਕੀਤੇ ਨੇ। ਨਾਓ ਕਮ ਟੂ ਨੈਕਸਟ ਪ੍ਰੋਬਲਮ ਨੰਬਰ 4। ਬੇਟਾ ਦੋ ਸਾਡੇ ਕੋਲ ਪੁਆਇੰਟ ਚਾਰਜਿਸ ਨੇ, ਇਹਨਾਂ ਵਿੱਚ ਬੇਟਾ ਸਾਡੇ ਕੋਲ ਡਿਸਟੈਂਸ ਦੇ ਦਿੱਤਾ ਹੈ d। ਉਹ ਆਪਸ ਵਿੱਚ ਦੋਨੋਂ ਚਾਰਜਿਸ ਬੇਟਾ ਰਿਪੈਲ ਕਰ ਰਹੇ ਨੇ। ਜੇ ਬੇਟਾ ਰਿਪੈਲ ਕਰ ਰਹੇ ਨੇ ਤੇ ਇਹਦਾ ਮਤਲਬ ਦੋਨੋਂ ਚਾਰਜਿਸ ਦਾ ਜਿਹੜਾ ਸਾਈਨ ਹੈ ਉਹ ਸੇਮ ਹੋਏਗਾ। ਜਦੋਂ ਬੇਟਾ ਰਿਪੈਲ ਕਰ ਰਹੇ ਨੇ ਤੇ ਉਹਨਾਂ ਵਿੱਚ ਬੇਟਾ ਫੋਰਸ ਲੱਗ ਰਹੀ ਹੈ 9 ਨਿਊਟਨ। ਇਫ ਸੈਪਰੇਸ਼ਨ ਬਿਟਵੀਨ them ਬਿਕਮ 3d। ਪਹਿਲਾਂ ਬੇਟਾ ਡਿਸਟੈਂਸ ਸੀਗਾ d, ਹੁਣ ਡਿਸਟੈਂਸ ਬੇਟਾ ਅਸੀਂ ਕਰ ਦਿੱਤਾ ਹੈ 3d। ਦੈਨ ਫੋਰਸ ਆਫ ਰਿਪਲਸ਼ਨ ਵਿਲ ਬੀ। ਬੇਟਾ ਨਵੀਂ ਫੋਰਸ ਜਿਹੜੀ ਹੈ ਉਹ ਨਿਕਾਲਣੀ ਹੈ। ਬੇਟਾ ਜਿਹੜਾ ਤੁਹਾਡਾ ਟੈਸਟ ਹੋਣਾ ਹੈ ਉਹਦੇ ਵਿੱਚ ਬੇਟਾ ਇਹ ਕੁਐਸਚਨ ਜਿਹੜਾ ਹੈ 4th ਡੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਇਹ ਬੇਟਾ ਤੁਹਾਨੂੰ ਥੋੜ੍ਹਾ ਜਿਹਾ ਸੋਲਵ ਕਰਨਾ ਆਉਣਾ ਚਾਹੀਦਾ ਹੈ। ਆਓ ਬੇਟਾ ਇਹਨੂੰ ਅਸੀਂ ਕਾਪੀ ਦੇ ਉੱਪਰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਯਾਦ ਕਰ ਲਓ ਕਿ ਡਿਸਟੈਂਸ ਪਹਿਲਾਂ d ਸੀ ਤੇ ਬਾਅਦ ਚੋਂ ਡਿਸਟੈਂਸ ਬੇਟਾ ਆਪਾਂ ਟ੍ਰਿਪਲ ਕਰਤਾ। ਪਹਿਲਾਂ ਫੋਰਸ 9 ਨਿਊਟਨ ਹੈ, ਨਵੀਂ ਫੋਰਸ ਅਸੀਂ ਬੇਟਾ ਨਿਕਾਲਣੀ ਚਾਹੁੰਦੇ ਹਾਂ। ਇਹ ਬੇਟਾ ਦੋ ਚਾਰਜਿਸ ਨੇ, ਇੱਕ ਮੰਨ ਲਓ Q1, ਇੱਕ ਮੰਨ ਲਿਆ ਬੇਟਾ ਅਸੀਂ Q2। ਦੋਨਾਂ ਦੇ ਵਿੱਚ ਡਿਸਟੈਂਸ ਬੇਟਾ ਹੈਗਾ d। ਤੇ ਬੇਟਾ ਇਹਨਾਂ ਵਿੱਚ ਜਿਹੜੀ ਫੋਰਸ ਦਾ ਜਿਹੜਾ ਫਾਰਮੂਲਾ ਹੋਏਗਾ ਕੂਲਮ ਲਾਅ ਦੇ ਅਕੋਰਡਿੰਗ 1/4πε0 Q1 Q2 ਡਿਵਾਈਡਡ ਬਾਈ r ਸਕੁਅਰ। ਬੇਟਾ ਉਹ ਫੋਰਸ ਜਿਹੜੀ ਹੈ ਸਾਨੂੰ ਗਿਵਨ ਹੈ, ਉਹ ਫੋਰਸ ਦਿੱਤੀ ਆਪਾਂ 9 ਨਿਊਟਨ। ਤੇ ਬੇਟਾ 1/4πε0 ਇਹਦੀ ਜਿਹੜੀ ਵੈਲਿਊ ਹੈ 9 × 10⁻⁹। ਤੇ ਬੇਟਾ ਚਾਰਜਿਸ ਨਹੀਂ ਗਿਵਨ ਹੈ, ਕੋਈ ਗੱਲ ਨਹੀਂ, Q1 Q2 ਡਿਵਾਈਡਡ ਬਾਈ ਬੇਟਾ ਡਿਸਟੈਂਸ ਸਾਨੂੰ d ਦਿੱਤਾ ਹੈ
ਅਸੀਂ ਇਹਦੀ ਜਗ੍ਹਾ ਤੇ ਲਿਖ ਦਾਂਗੇ ਬੇਟਾ डी स्क्वायर। हाँ जी बेटा क्लीयर। दूसरा ਜਿਹੜਾ केस है ਉਹ ਅਸੀਂ फोर्स ਜਿਹੜੀ है बेटा निकालनी है, ਉਹਨੂੰ ਅਸੀਂ ਕਹਿ ਦਿੰਦੇ ਆ F डैश ਤੇ 9 इंटू 10⁻⁹ बेटा चार्जिस सेम ने बट बेटा डिस्टेंस ਜਿਹੜਾ है ਉਹ ट्रिपल करता 3D। ਪਹਿਲਾਂ डिस्टेंस D ਸੀ, ਹੁਣ डिस्टेंस ਨੂੰ बेटा क्वेश्चन ਵਿੱਚ 3 ਗੁਣਾ ਵਧਾਤਾ ਤੇ बेटा डिस्टेंस ਦਾ ਥੱਲੇ ਕੀ ਆਏਗਾ ਸਕੁਅਰ। ਤੇ बेटा ਇਹਨੂੰ ਜੇ ਸੋਲਵ ਕਰਦੇ ਆ 9 इंटू 10⁻⁹ Q1 Q2 ओवर बेटा 3 का स्केयर आ जाएगा बेटा 9 ਤੇ ਨਾਲ ਆ ਜਾਏਗਾ बेटा D स्केयर आ गया बेटा। हाँ जी बेटा क्लीयर। इस तो बाद बेटा जे ऊपर वाली इक्वेशन देखिए 9 इंटू 10⁻⁹ इतने ठीक है, Q1 Q2 बेटा इतने भी है, थले D स्केयर बेटा आ भी D स्केयर है। हुण आ जी सारी वैल्यू है बेटा साड़ी 9 के इक्वल है। ਇਹਦਾ मतलब आ थले वाला बेटा 9 छड़ दो, बाकी सारी जी वैल्यू दी है वैल्यू कितनी है बेटा 9। इत्थे आ जाएगा बेटा 9 न्यूटन डिवाइडेड बाय साढ़े को थले रह गया बेटा 9 ना 9 कैंसल तो बेटा साढ़े को आएगी 1 न्यूटन। फोर्स ताड़ी बेटा जी है वो 1 न्यूटन होगी। बाकी बेटा सॉल्व करके मैं तुहानूं दिखाया है। वैसे तुसी याद रखना है कि जी फोर्स है इनवर्सली प्रपोर्शनल टू बेटा डिस्टेंस का स्केयर होंदी है। बेटा सिर्फ तो सिर्फ प्रॉब्लम दे विच उन्हें चार्जिस बारे गल नहीं की, उन्हें सिर्फ तो सिर्फ डिस्टेंस बारे गल की है। तो सानू पता है जे डिस्टेंस वधेगा तो फोर्स बेटा जी वो घटेगी स्केयर टाइम्स। डिस्टेंस बेटा उन्हें 3D किया, जे 3D किया बेटा तो स्केयर जोड़ा आएगा 9 आएगा। यदा मतलब फोर्स जी है ताड़ी बेटा 9 टाइम्स की हो जाएगी, ताड़ी डिक्रीज हो जाएगी। देखो पहला फोर्स 9 सी, थले बेटा 9 ना डिवाइड हो गया, फोर्स रह गई बेटा 1 न्यूटन। ਇਹਦਾ मतलब बेटा ਜਿਹੜਾ ਦਾ आंसर होएगा इट विल बी 1 न्यूटन। नाउ कम टू नेक्स्ट प्रॉब्लम। डाइलैक्ट्रिक कांस्टेंट बेटा डाइलैक्ट्रिक कांस्टेंट ਜਿਹੜਾ है ਇਹਨੂੰ ਅਸੀਂ रिलेटिव परमिटिविटी भी बोलते हैं। डाइलैक्ट्रिक कांस्टेंट का कोई यूनिट नहीं है, रिलेटिव परमिटिविटी ਜਿਹੜੀ है ਉਹਦਾ भी बेटा कोई यूनिट नहीं है। सिर्फ तो सिर्फ बेटा यूनिट जोड़ा है अपना परमिटिविटी ऑफ मीडियम का है या परमिटिविटी ऑफ फ्री स्पेस, वो बेटा आप नैक्सट डिस्कस करते हैं। व्हाट इज़ द डाइलैक्ट्रिक कांस्टेंट ऑफ मैटल। बेटा याद रखना है कि जी मैटल है वह डाइलैक्ट्रिक कांस्टेंट बेटा इनफाइनाइट होता है। डाइलैक्ट्रिक कांस्टेंट ऑफ मैटल इज़ इनफाइनाइट। नाउ नेक्स्ट, इलैक्ट्रॉन रिमेन्स बाउंड टू न्यूक्लियस। बेटा इलैक्ट्रॉन जिहड़े ने न्यूक्लियस के आले दुआले सर्कुलर ऑर्बिट जिहड़े रिवॉल्व करते हैं ड्यू टू विच ऑफ द फॉलोइंग फोर्सिस। बेटा किहड़ी फोर्स लगती है, क्योंकि इलैक्ट्रॉन उपर बेटा चार्ज है, न्यूक्लियस उपर भी चार्ज है, न्यूक्लियस उपर पॉजिटिव चार्ज, इलैक्ट्रॉन उपर नैगेटिव चार्ज, दोनों दे विच बेटा फोर्स ऑफ अट्रैक्शन। लेकिन बेटा इन्हां विचों किहड़ी फोर्स है, चार्जिस वाली फोर्स किहड़ी हुंदी बेटा इलैक्ट्रोस्टैटिक फोर्स। हाँ जी बेटा क्लीयर। नाउ नेक्स्ट क्वेश्चन, व्हाट इज़ द SI यूनिट ऑफ K। बेटा यह काफ़ी इंपॉर्टेंट है, यह तुहानूं याद होना चाहिए कि जी है 1/ε0 जोड़ा है 1/4πε0 ਇਹਦਾ यूनिट की है। बेटा ਇਹਦਾ यूनिट निकालने वास्ते सानू कूलम लॉ जोड़ा है ਉਹਦਾ फार्मूला लिखना पेगा। आओ देखते हैं। बेटा F = 1/4πε0 Q1 Q2 ओवर R स्केयर। बेटा सिर्फ तो सिर्फ ਇਹਦਾ यूनिट निकालना है, इनू इत्थे ही पिया रहन दो। इनू बेटा इत्थे ही पिया रहन देने हैं, इनू उपर ले जाने बेटा F मल्टीप्लाई बाय साढ़े को आ गया R स्केयर, साढ़े को बेटा इधरों डिवाइड हो गया Q1 Q2, ਇਹਦੀ वैल्यू आ गई बेटा 1/4πε0। फोर्स बेटा न्यूटन च, डिस्टेंस का स्केयर बेटा मीटर स्केयर, थले बेटा चार्जिस ने 2 कूलम इंटू कूलम, कूलम स्केयर हो जाएगा बेटा, ऊपर जाके बेटा कूलम -2। यह बेटा यूनिट जे 1/4πε0 का 1/4πε0 ਇਹਦੀ वैल्यू भी बेटा याद कर लो 9 इंटू 10⁻⁹। आ सारे की वैल्यू 9 इंटू 10⁻⁹ बेटा नमैरिकल च असीं यूज़ करते हैं। तो नाल बेटा जिहड़े यूनिट होंदे ने इहदे न्यूटन मीटर स्केयर
ਪਰ ਕੂਲਮ ਸਕੇਅਰ। ਹਾਂਜੀ ਬੇਟਾ ਕਲੀਅਰ। ਤੇ ਜੇ ਬੇਟਾ ਸਾਨੂੰ ਪੁੱਛਿਆ ਜਾਵੇ ਕੱਲਾ ਐਪਸਾਈਲੋ ਨੋਟ ਦੇ ਕੀ ਯੂਨਿਟ ਹੋਣਗੇ, ਤੇ ਬੇਟਾ ਇਹ ਤੇ 1 ਓਵਰ ਐਪਸਾਈਲੋ ਨੋਟ ਆਇਆ, ਤੇ ਕੱਲੇ ਐਪਸਾਈਲੋ ਨੋਟ ਦੇ ਕੀ ਯੂਨਿਟ ਹੋਣਗੇ, ਬੇਟਾ ਇਹਦਾ ਰੈਸੀਪ੍ਰੋਕਲ ਕਰ ਦੇਣਾ ਹੈ। ਨਿਊਟਨ ਜਿਹੜਾ ਆਏਗਾ -1 ਹੋ ਜਾਏਗਾ, ਮੀਟਰ ਉੱਪਰ ਵੀ -2 ਹੋ ਜਾਏਗਾ, ਤੇ ਬੇਟਾ ਕੂਲਮ ਸਕੇਅਰ ਹੋ ਜਾਏਗਾ। ਇਹ ਬੇਟਾ ਇਹਨਾਂ ਨੂੰ ਧਿਆਨ ਰੱਖਣਾ ਹੈ। ਫਿਰ ਦੇਖ ਲਓ, ਇੱਕ ਤੇ ਬੇਟਾ ਇਹਨਾਂ ਦੀ ਵੈਲਿਊ ਆਪਣੀ ਯਾਦ ਕਰ ਲਓ 9 × 10⁹। ਬਾਕੀ ਬੇਟਾ ਜੇ ਯੂਨਿਟ ਭੁੱਲ ਵੀ ਜਾਂਦਾ ਹੈ, ਕੂਲਮ ਲਾਅ ਲਿਖ ਕੇ ਜਿਸ ਚੀਜ਼ ਦੀ ਵੈਲਿਊ ਨਿਕਾਲਣੀ ਬੇਟਾ ਇਹਨੂੰ ਇੱਥੇ ਰਹਿਣ ਦਿੱਤਾ, ਕਿਉਂਕਿ ਪੂਰੇ ਦੀ ਵੈਲਿਊ ਨਿਕਾਲਣੀ ਹੈ। ਬਾਕੀ ਬੇਟਾ ਉਧਰ ਕ੍ਰਾਸ ਮਲਟੀਪਲਾਈ ਕਰਕੇ ਤੁਸੀਂ ਯੂਨਿਟ ਨਿਕਾਲ ਸਕਦੇ ਹੋ। ਤੇ ਇਹ ਯੂਨਿਟ ਬੇਟਾ 1 ਓਵਰ ਐਪਸਾਈਲਨ ਨੋਟ ਦੇ ਆਏ ਨੇ। ਤੇ ਜੇ ਇਕੱਲੇ ਐਪਸਾਈਲਨ ਨੋਟ ਦੇ ਪੁੱਛਿਆ ਜਾਣਗੇ ਤੇ ਬੇਟਾ ਇਹਦਾ ਰੈਸੀਪ੍ਰੋਕਲ ਕਰ ਲੈਣਾ ਹੈ। ਹਾਂਜੀ ਬੇਟਾ ਕਲੀਅਰ। ਨਾਓ ਆਨਸਰ ਵਿਲ ਬੀ, ਬੇਟਾ ਆਨਸਰ ਦੇਖੋ ਕਿਹੜਾ ਹੋਏਗਾ, ਕੂਲਮ ਸਕੇਅਰ, ਇੱਕ ਤੇ ਬੇਟਾ ਨਿਊਟਨ ਮੀਟਰ ਸਕੇਅਰ ਪਰ ਕੂਲਮ ਸਕੇਅਰ। ਨਾਓ ਦਿਸ ਵਿਲ ਬੀ ਦਾ ਆਨਸਰ ਆਫ 7th question. Now question number 8, what is the unit of permittivity? बेटा एप्सिलॉन नॉट ਦੇ ਯੂਨਿਟ ਪੁੱਛ ਲਏ। ਬੇਟਾ ਹੁਣੇ ਡਿਸਕਸ ਕੀਤਾ ਹੈ ਕਿ ਜੋ 1/4 ਪਾਈ ਐਪਸਿਲਨ ਨੋਟ ਦੇ ਨੇ ਉਹਦਾ ਬੇਟਾ ਰੈਸੀਪ੍ਰੋਕਲ ਕਰ ਦੋ। ਉਹ ਤੁਹਾਡੇ ਕੋਲ ਕਿਹੜਾ ਆਏਗਾ ਬੇਟਾ, ਕੂਲਮ -2 ਹੈ ਤੇ ਬੇਟਾ ਕੂਲਮ ਸਕੇਅਰ ਹੋ ਗਿਆ। ਨਿਊਟਨ ਦਾ ਬੇਟਾ ਤੁਹਾਡੇ ਕੋਲ ਇਹ ਲਾਈਨ ਖਿੱਚਣ ਦਾ ਮਤਲਬ ਪਰ ਨਿਊਟਨ ਤੇ ਬੇਟਾ ਪਰ ਮੀਟਰ ਸਕੇਅਰ। ਇਟਸ ਆਨਸਰ ਵਿਲ ਬੀ ਸੀ। ਬੇਟਾ ਉਹ ਰੈਸੀਪ੍ਰੋਕਲ ਕਰ ਲੈਣਾ। ਇਹ ਬੇਟਾ ਅਸੀਂ ਪਹਿਲਾਂ ਹੀ ਡਿਸਕਸ ਕੀਤਾ। ਨਾਓ ਕਮ ਟੂ ਨੈਕਸਟ ਪ੍ਰੋਬਲਮ। 2 ਪੋਜ਼ਿਟਿਵ ਆਇਨਸ। ਬੇਟਾ ਜੇ ਆਇਨਸ ਨੇ ਇਹਦਾ ਮਤਲਬ ਹੈ ਕਿ ਇਹਨਾਂ ਨੇ ਜਿਹੜੇ ਇਲੈਕਟ੍ਰੋਨ ਨੇੜੇ ਜਿਹੜੇ ਨੇ ਬੇਟਾ ਲੂਜ਼ ਕੀਤੇ ਆ, ਕਿਉਂਕਿ ਪੋਜ਼ਿਟਿਵ ਆਇਨ ਹੈ। ਈਚ ਕੈਰਿੰਗ ਅ ਚਾਰਜ ਕਿਊ। ਬੇਟਾ ਦੋਨਾਂ ਆਇਨਸ ਉੱਪਰ ਚਾਰਜ ਕਿਊ ਹੈ। ਦੇ ਆਰ ਸਪਰੇਟਿਡ ਬਾਈ ਡਿਸਟੈਂਸ ਡੀ। ਉਹਨਾਂ ਵਿੱਚ ਬੇਟਾ ਡਿਸਟੈਂਸ ਜਿਹੜਾ ਹੈ ਉਹ ਡੀ ਹੈ। ਇਫ F is the force of repulsion between the ions, then number of electron missing, ਕਿਉਂਕਿ ਬੇਟਾ ਆਇਨਸ ਨੇ ਤੇ ਇਹਦਾ ਮਤਲਬ ਹੈ ਕਿ ਇਲੈਕਟ੍ਰੋਨ ਜਿਹੜੇ ਇਹਨਾਂ ਨੇ ਬੇਟਾ ਲੂਜ਼ ਕੀਤੇ ਆ ਬਿਕੋਜ਼ ਆਫ ਪੋਜ਼ਿਟਿਵ ਆਇਨ, ਉਹ ਬੇਟਾ ਕਿੰਨੇ ਇਲੈਕਟ੍ਰੋਨ ਜਿਹੜੇ ਆ, ਨੰਬਰ ਆਫ ਇਲੈਕਟ੍ਰੋਨ ਮਿਸਿੰਗ ਫਰੋਮ ਈਚ ਆਇਨ ਵਿਲ ਬੀ, ਬੇਟਾ ਉਹ ਅਸੀਂ ਇਲੈਕਟ੍ਰੋਨ ਜਿਹੜੇ ਨੇ ਮਿਸਿੰਗ ਜਿਹੜੇ ਨੇ ਉਹਨਾਂ ਦੀ ਬੇਟਾ ਅਸੀਂ ਜਿਹੜੀ ਵੈਲਿਊ ਹੈ ਉਹ ਨਿਕਾਲਣੀ ਹੈ। ਸਾਡੇ ਕੋਲ ਦੋਨਾਂ ਆਇਨਸ ਉੱਪਰ ਚਾਰਜ ਪਤਾ ਹੈ, ਡਿਸਟੈਂਸ ਪਤਾ ਹੈ, ਤੇ ਬੇਟਾ ਫੋਰਸ ਜਿਹੜੀ ਵਿੱਚ ਲੱਗ ਰਹੀ ਹੈ ਉਹ ਬੇਟਾ F ਹੈ। ਆਓ ਬੇਟਾ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੇਟਾ ਜਿਹੜਾ ਫੋਰਸ ਦਾ ਜਿਹੜਾ ਫਾਰਮੂਲਾ ਹੈ ਸਾਨੂੰ ਪਤਾ ਹੈ 1/4 ਪਾਈ ਐਪਸਾਈਲਨ ਨੋਟ Q1 Q2 ਡਿਵਾਈਡਡ ਬਾਈ R ਸਕੁਅਰ। ਨਾਓ F is equal to 1/4 ਪਾਈ ਐਪਸਾਈਲਨ ਨੋਟ। ਬੇਟਾ ਦੋਨਾਂ ਉੱਪਰ ਚਾਰਜ ਜਿਹੜਾ ਹੈ ਉਹ ਸੇਮ ਹੈ। ਇਹਦਾ ਮਤਲਬ ਬੇਟਾ ਆ ਗਿਆ Q ਇੰਟੂ Q, ਸਾਡੇ ਕੋਲ Q ਸਕੇਅਰ ਹੋ ਗਿਆ। ਡਿਸਟੈਂਸ ਬੇਟਾ ਸਾਨੂੰ ਜਿਹੜਾ ਦਿੱਤਾ ਹੈ ਉਹ ਡਿਸਟੈਂਸ ਹੈ D ਸਕੇਅਰ ਹੋ ਗਿਆ। ਬੇਟਾ ਇੱਕ ਅਸੀਂ ਟੌਪਿਕ ਪੜ੍ਹਿਆ ਸੀ ਕੁਆਂਟਾਈਜੇਸ਼ਨ ਆਫ ਚਾਰਜ। ਇਹ ਬੇਟਾ ਕਾਫੀ ਇੰਪੋਰਟੈਂਟ ਹੈ। ਕੁਆਂਟਾਈਜੇਸ਼ਨ ਆਫ ਚਾਰਜ ਦੇ ਵਿੱਚ ਅਸੀਂ ਬੇਟਾ ਪੜ੍ਹਿਆ ਸੀ ਕਿ ਜਿਹੜਾ Q ਹੈ it is equal to integral multiple of smallest unit of charge, Q is equal to NE। ਇਹਨੂੰ ਬੋਲਦੇ ਬੇਟਾ ਕੁਆਂਟਾਈਜੇਸ਼ਨ ਕੰਡੀਸ਼ਨ। ਤੇ ਬੇਟਾ ਜਿਹੜਾ N ਹੈ ਇਹ ਬੇਟਾ ਤੁਹਾਡੇ ਕੋਲ ਕੀ ਹੈ, ਇੰਟੀਜਰ 1 2 3 4। ਇਲੈਕਟ੍ਰੋਨ ਬੇਟਾ ਜਦੋਂ ਵੀ ਟਰਾਂਸਫਰ ਹੁੰਦੇ ਨੇ ਇੱਕ ਬਾਡੀ ਤੋਂ ਦੂਸਰੀ ਬਾਡੀ ਤੇ ਹਮੇਸ਼ਾ ਇੰਟੈਗਰਲ ਫਾਰਮ ਦੇ ਵਿੱਚ ਹੀ ਇਲੈਕਟ੍ਰੋਨ ਜਿਹੜੇ ਨੇ ਉਹ ਟਰਾਂਸਫਰ ਹੁੰਦੇ ਨੇ। ਬੇਟਾ ਆ Q is equal to NE, N is the number of electron। ਬੇਟਾ ਇੱਥੇ Q ਦੀ ਜਗ੍ਹਾ ਤੇ ਅਸੀਂ ਵੈਲਿਊ ਪੁੱਟ ਕਰ ਦਿੰਦੇ ਆ ਤੇ F is equal to 1/4 ਪਾਈ ਐਪਸਾਈਲਨ ਨੋਟ। ਸਾਡੇ ਕੋਲ ਆ ਗਿਆ ਬੇਟਾ N ਸਕੇਅਰ ਤੇ E ਸਕੇਅਰ, ਕਿਉਂਕਿ ਬੇਟਾ Q ਸੀਗਾ NE ਤੇ ਸਕੇਅਰ ਹੋਣ ਕਰਕੇ ਤੇ ਡਿਵਾਈਡਡ ਬਾਈ ਬੇਟਾ ਆ ਗਿਆ ਸਾਡੇ ਕੋਲ D ਸਕੇਅਰ। ਤੇ ਬੇਟਾ ਅਸੀਂ ਨੰਬਰ ਆਫ ਇਲੈਕਟ੍ਰੋਨ ਨਿਕਾਲਨੇ ਨੇ। N ਸਕੇਅਰ ਬੇਟਾ ਅਸੀਂ ਇੱਥੇ ਹੀ ਰਹਿਣ ਦਿੱਤਾ, N ਸਕੇਅਰ ਸਾਡੇ ਕੋਲ ਬੇਟਾ ਇੱਥੇ ਰਹਿ ਗਿਆ ਤੇ ਬਾਕੀ ਕ੍ਰਾਸ ਮਲਟੀਪਲਾਈ ਕਰਕੇ F ਉੱਪਰ ਆ ਗਿਆ। ਇਧਰੋਂ ਬੇਟਾ ਡਿਸਟੈਂਸ ਦਾ ਆ ਗਿਆ ਸਕੇਅਰ। ਹਾਂਜੀ ਬੇਟਾ ਕਲੀਅਰ। ਡਿਸਟੈਂਸ ਦਾ ਸਕੇਅਰ ਆ ਗਿਆ, ਨਾਲ ਬੇਟਾ ਸਾਡੇ ਕੋਲ ਆ ਗਿਆ 4 ਪਾਈ ਐਪਸਾਈਲਨ ਨੋਟ ਤੇ ਬੇਟਾ ਡਿਵਾਈਡਡ ਬਾਈ ਸਾਡੇ ਕੋਲ ਆ ਗਿਆ E ਸਕੇਅਰ ਆ ਗਿਆ। ਤੇ ਬੇਟਾ ਅਸੀਂ ਤੇ N ਨਿਕਾਲਣਾ ਹੈ ਤੇ ਬੇਟਾ N ਜਿਹੜਾ ਨਿਕਾਲਣਾ ਉਹਦੇ ਉੱਪਰ ਬੇਟਾ ਸਕੇਅਰ ਰੂਟ ਹੋ ਜਾਏਗਾ। ਇਟ ਵਿਲ ਬੀ ਇਕੁਅਲ ਟੂ F ਨਾਲ ਆ ਗਿਆ ਬੇਟਾ D ਸਕੇਅਰ 4 ਪਾਈ ਐਪਸਾਈਲਨ ਨੋਟ ਡਿਵਾਈਡਡ ਬਾਈ
ਸਾਡੇ ਕੋਲ ਆ ਗਿਆ ਬੇਟਾ E ਸਕੁਏਅਰ। ਆਓ ਬੇਟਾ ਇਹਦਾ ਹੁਣ ਉੱਥੇ ਜਿਹੜਾ ਅਸੀਂ ਜਿਹੜਾ ਫਾਰਮੂਲਾ ਚੈੱਕ ਕਰਦੇ ਹਾਂ। ਪਹਿਲੇ ਵਿੱਚ ਬੇਟਾ ਸਕੁਏਅਰ ਰੂਟ ਨਹੀਂ ਹੈ। ਦੂਸਰੇ ਫਾਰਮੂਲੇ ਦੇ ਵਿੱਚ ਬੇਟਾ ਡਿਸਟੈਂਸ ਥੱਲੇ ਹੈ, ਜਿਹੜਾ ਅਸੀਂ ਹੁਣੇ ਕੈਲਕੂਲੇਸ਼ਨ ਕੀਤੀ ਹੈ ਉਹਦੇ ਅਕੋਰਡਿੰਗ ਜਿਹੜਾ ਹੈ ਸਾਡਾ ਜਿਹੜਾ ਆਨਸਰ ਆਏਗਾ ਬੇਟਾ C। ਹਾਂਜੀ ਬੇਟਾ ਕਲੀਅਰ। ਇੱਕ ਚੀਜ਼ ਨੋਟ ਕਰ ਲਓ ਬੇਟਾ, ਕੁਆਂਟਾਈਜੇਸ਼ਨ ਆਫ ਕੰਡੀਸ਼ਨ ਦਾ ਜਿਹੜਾ ਫਾਰਮੂਲਾ ਅਸੀਂ ਨੰਬਰ ਆਫ ਇਲੈਕਟ੍ਰੋਨਸ ਜਿਹੜੇ ਨੇ ਕਿੰਨੇ ਟਰਾਂਸਫਰ ਹੋਏ ਇੱਕ ਬਾਡੀ ਤੋਂ ਦੂਸਰੀ ਬਾਡੀ ਤੇ ਅਸੀਂ ਉਹ ਲਗਾ ਸਕਦੇ ਹਾਂ। ਤੇ ਫਾਰਮੂਲਾ ਕੀ ਹੈ ਬੇਟਾ, Q = NE। ਕੁਆਂਟਾਈਜੇਸ਼ਨ ਆਫ ਚਾਰਜ ਦਾ ਬੇਟਾ ਜਿਹੜਾ ਕਾਰਨ ਪੁੱਛਿਆ ਜਾਵੇ, ਸਿਰਫ ਤੇ ਸਿਰਫ ਇਲੈਕਟ੍ਰੋਨ ਜਿਹੜੇ ਨੇ ਹਮੇਸ਼ਾ ਇੰਟੈਗਰਲ ਨੰਬਰ ਵਿੱਚ ਹੀ ਜਿਹੜਾ ਹੈ ਟਰਾਂਸਫਰ ਹੁੰਦੇ ਨੇ। ਕੁਆਂਟਾਈਜੇਸ਼ਨ ਆਫ ਕਨਸੈਪਟ ਜਿਹੜਾ ਬੇਟਾ ਉਹ ਸਿਰਫ ਮਾਈਕਰੋਸਕੋਪਿਕ ਲੈਵਲ ਤੇ ਹੀ ਲੱਗਦਾ ਹੈ। ਮੈਕਰੋਸਕੋਪਿਕ ਲੈਵਲ ਦੇ ਉੱਤੇ ਅਸੀਂ ਇਸ ਕਨਸੈਪਟ ਨੂੰ ਜਿਹੜਾ ਨੈਗਲੈਕਟ ਕਰ ਦਿੰਦੇ ਆ। ਉਸ ਟਾਈਮ ਤੇ ਬੇਟਾ ਚਾਰਜ ਜਿਹੜਾ ਹੈ ਕੰਟੀਨਿਊਅਸ ਡਿਸਟ੍ਰੀਬਿਊਸ਼ਨ ਹੋ ਜਾਂਦੀ ਹੈ ਚਾਰਜ ਦੀ। ਇਹਨੂੰ ਬੇਟਾ ਅੱਗੇ ਜੇ ਕੁਐਸਚਨ ਆਉਂਦੇ ਆ ਤੇ ਅਸੀਂ ਨਾਲ ਇਹਨੂੰ ਹੋਰ ਡਿਸਕਸ ਕਰਦੇ ਹਾਂ। ਕੁਐਸਚਨ ਨੰਬਰ ਬੇਟਾ 10 ਬੇਟਾ ਇਹਦੇ ਵਿੱਚ ਤੁਸੀਂ ਆਪ ਕੋਸ਼ਿਸ਼ ਕਰਨੀ ਹੈ, ਹਾਊ ਮੈਨੀ ਇਲੈਕਟ੍ਰੋਨ ਮਸਟ ਬੀ ਰਿਮੂਵਡ from an electrically neutral plate to give a possible charge of this। ਬੇਟਾ ਮੈਂ ਇੱਥੇ ਹੀ ਲਿਖ ਦੇਣਾ ਕਿੰਨੇ ਇਲੈਕਟ੍ਰੋਨ ਬੇਟਾ ਰਿਮੂਵ ਕਰਾਂਗੇ ਤਾਂ ਜੋ ਸਾਡੇ ਕੋਲ ਇੰਨਾ ਚਾਰਜ ਆਏਗਾ। ਬੇਟਾ ਚਾਰਜ ਉਦੋਂ ਹੀ ਆਉਂਦਾ ਜਦੋਂ ਇਲੈਕਟ੍ਰੋਨ ਇੱਕ ਬਾਡੀ ਤੋਂ ਦੂਜੀ ਬਾਡੀ ਵਿੱਚ ਟਰਾਂਸਫਰ ਹੁੰਦੇ ਆ। ਹੁਣ ਕੁਐਸਚਨ ਆਇਆ ਕਿ ਕਿੰਨੇ ਇਲੈਕਟ੍ਰੋਨ ਅਸੀਂ ਰਿਮੂਵ ਕਰੀਏ ਤਾਂ ਜੋ ਸਾਡੇ ਕੋਲ ਪੋਜ਼ਿਟਿਵ ਚਾਰਜ ਬੇਟਾ ਇੰਨਾ ਕ੍ਰੀਏਟ ਹੋਵੇ। ਬੇਟਾ ਸਾਨੂੰ ਪਤਾ ਹੈ ਕਿ Q = NE। ਹਾਂਜੀ ਬੇਟਾ ਕਲੀਅਰ। Q ਦੀ ਜਗ੍ਹਾ ਤੇ ਬੇਟਾ ਆ ਵੈਲਿਊ ਪੁੱਟ ਕਰ ਦੇਣੀ ਹੈ। ਚਾਰਜ ਗਿਵਨ ਹੈ, ਇਲੈਕਟ੍ਰੋਨ ਦਾ ਬੇਟਾ ਚਾਰਜ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ 1.6 × 10⁻⁻19 ਕੂਲਮ। ਬੇਟਾ ਇਹ ਯਾਦ ਰੱਖਣਾ ਹੈ। ਤੇ ਸਾਡੇ ਕੋਲ ਇੱਥੇ ਚਾਰਜ ਆਫ ਇਲੈਕਟ੍ਰੋਨ ਭਰ ਦਿਓ, ਇੱਥੇ ਜਿਹੜਾ ਗਿਵਨ ਚਾਰਜ ਆ ਉਹ ਭਰ ਦਿਓ। ਬੇਟਾ ਕੈਲਕੂਲੇਸ਼ਨ ਕਰਕੇ ਵਿੱਚੋਂ ਨੰਬਰ ਆਫ ਇਲੈਕਟ੍ਰੋਨਸ ਜਿਹੜੇ ਨੇ ਤੁਸੀਂ ਉਹ ਨਿਕਾਲ ਸਕਦੇ ਜੀ। ਬੇਟਾ ਉਹ ਕੈਲਕੂਲੇਸ਼ਨ ਕਰਕੇ ਤੁਸੀਂ ਚੈੱਕ ਕਰ ਸਕਦੇ ਜੀ। ਨਾਓ ਇਨ ਦਾ ਨੈਕਸਟ ਪ੍ਰੋਬਲਮ 11 ਬੇਟਾ ਹਾਈਡਰੋਜਨ ਐਟਮ ਹੈ। ਹਾਈਡਰੋਜਨ ਐਟਮ ਦੇ ਵਿੱਚ ਬੇਟਾ ਇੱਕੋ ਹੀ ਇਲੈਕਟ੍ਰੋਨ ਹੁੰਦਾ ਹੈ ਤੇ ਇੱਕ ਹੀ ਬੇਟਾ ਪ੍ਰੋਟੋਨ, ਤੇ ਡਿਸਟੈਂਸ ਬਿਟਵੀਨ ਇਲੈਕਟ੍ਰੋਨ ਤੇ ਪ੍ਰੋਟੋਨ ਦੇ ਵਿੱਚ ਬੇਟਾ ਗਿਵਨ ਹੈ। ਇਹ ਤੁਹਾਨੂੰ ਬੇਟਾ ਡਿਸਟੈਂਸ ਹੋ ਗਿਆ R। ਇਹ ਤੇ ਤੁਹਾਨੂੰ ਦੇ ਦਿੱਤਾ ਇਲੈਕਟ੍ਰਿਕ ਫੋਰਸ ਆਫ ਅਟਰੈਕਸ਼ਨ ਬਿਟਵੀਨ ਦੈਮ। ਬੇਟਾ ਫੋਰਸ ਆਫ ਅਟਰੈਕਸ਼ਨ ਨਿਕਾਲਣੀ ਹੈ। ਸਿੰਪਲ ਤੁਸੀਂ ਫਾਰਮੂਲਾ F = 1/4πε0 Q1 Q2 ਓਵਰ ਬੇਟਾ R² ਨਿਕਾਲ ਕੇ ਤੁਸੀਂ ਨਿਕਾਲ ਸਕਦੇ ਜੇ। 1/4πε0 ਦੀ ਵੈਲਿਊ ਬੇਟਾ ਤੁਹਾਨੂੰ ਪਤਾ ਲੱਗ ਗਈ 9 × 10⁻⁹ ਤੇ ਬੇਟਾ ਇਲੈਕਟ੍ਰੋਨ ਤੇ ਪ੍ਰੋਟੋਨ ਦੇ ਉੱਪਰ ਚਾਰਜ ਬੇਟਾ ਸੇਮ ਹੁੰਦਾ ਹੈ, ਮੈਗਨੀਟਿਊਡ ਇਹ ਵਾਲੀ ਵੈਲਿਊ ਪੁੱਟ ਕਰੋ ਬੇਟਾ ਤੇ ਡਿਸਟੈਂਸ ਤੁਹਾਨੂੰ ਗਿਵਨ ਹੈ ਤੇ ਕੈਲਕੂਲੇਸ਼ਨ ਕਰਕੇ ਤੁਸੀਂ ਚੈੱਕ ਕਰ ਸਕਦੇ ਜੀ। ਨਾਓ ਨੈਕਸਟ ਕੁਐਸਚਨ ਨੰਬਰ 12 ਬੇਟਾ ਇਹ ਜਿਹੜਾ 12th ਕੁਐਸਚਨ ਹੈ ਬਹੁਤ ਹੀ ਜ਼ਿਆਦਾ ਜਿਹੜਾ ਹੈ ਇੰਪੋਰਟੈਂਟ ਹੈ ਬੇਟਾ। ਇਹਦੇ ਨਾਲ ਦਾ ਪਿੱਛੇ ਕੁਐਸਚਨ ਵੀ ਗਿਆ। ਹਾਂਜੀ ਧਿਆਨ ਦਿਓ ਇਹਦੇ ਬਾਰੇ ਬੇਟਾ। ਕੁਐਸਚਨ ਨੂੰ ਸਮਝਣ ਤੋਂ ਪਹਿਲਾਂ ਬੇਟਾ ਥੋੜੀ ਜਿਹੀ ਅਸੀਂ ਜਿਹੜੀ ਹੈ ਡਿਸਕਸ਼ਨ ਕਰ ਲੈਂਦੇ ਹਾਂ। ਬੇਟਾ ਇੱਕ ਫੋਰਸ ਹੈ ਵੈਕਿਊਮ ਵਾਲੀ, ਇੱਕ ਫੋਰਸ ਹੁੰਦੀ ਹੈ ਬੇਟਾ ਮੀਡੀਅਮ ਵਾਲੀ। ਦੋ ਚਾਰਜਿਸ ਨੂੰ ਵੈਕਿਊਮ 'ਚ ਰੱਖੀਏ ਜਾਂ ਦੋ ਚਾਰਜਿਸ ਨੂੰ ਬੇਟਾ ਮੀਡੀਅਮ 'ਚ ਰੱਖੀਏ, ਇਹਨਾਂ ਦੋਨਾਂ ਦੀ ਫੋਰਸਿਸ ਵਿੱਚ ਬੇਟਾ ਫਰਕ ਹੁੰਦਾ ਹੈ। ਜਿਹੜੀ ਵੈਕਿਊਮ ਵਾਲੀ ਫੋਰਸ ਹੈ ਬੇਟਾ ਪਹਿਲਾਂ ਤਾਂ ਯਾਦ ਰੱਖਣਾ ਹੈ ਕਿ ਮੀਡੀਅਮ ਵਾਲੀ ਫੋਰਸ ਨਾਲੋਂ ਬੇਟਾ ਜ਼ਿਆਦਾ ਹੋਏਗੀ। ਚਾਰਜਿਸ ਵਿੱਚ ਬੇਟਾ ਡਿਸਟੈਂਸ ਨਹੀਂ ਚੇਂਜ ਕੀਤਾ, ਚਾਰਜਿਸ ਦਾ ਮੈਗਨੀਟਿਊਡ ਨਹੀਂ ਚੇਂਜ ਕੀਤਾ, ਜਸਟ ਬੇਟਾ ਹੀ ਮੀਡੀਅਮ ਚੇਂਜ ਕੀਤਾ। ਪਹਿਲਾਂ ਦੋ ਚਾਰਜਿਸ ਸਾਡੇ 에ਅਰ ਵਿੱਚ ਸਨ, ਹੁਣ ਅਸੀਂ ਦੋਨਾਂ ਚਾਰਜਿਸ ਨੂੰ ਚੁੱਕ ਕੇ ਕਿਸੇ ਵਾਟਰ ਵਿੱਚ, ਮਾਈਕਾ ਵਿੱਚ, ਅਲਕੋਹਲ ਕੋਈ ਵੀ ਮੀਡੀਅਮ ਅਸੀਂ ਬੇਟਾ ਲੈ ਸਕਦੇ ਹਾਂ ਉਹਦੇ 'ਚ ਲੈ ਗਏ। ਮੀਡੀਅਮ ਵਿੱਚ ਜਾ ਕੇ ਬੇਟਾ ਫੋਰਸ ਹਮੇਸ਼ਾ ਘਟ ਜਾਂਦੀ ਹੈ, ਇਹਨੂੰ ਯਾਦ ਰੱਖਣਾ ਹੈ। ਵੈਕਿਊਮ ਵਾਲੀ ਫੋਰਸ ਹਮੇਸ਼ਾ ਜ਼ਿਆਦਾ ਹੁੰਦੀ ਹੈ ਮੀਡੀਅਮ ਨਾਲੋਂ। ਤੇ ਬੇਟਾ ਇੱਕ ਫਾਰਮੂਲਾ ਯਾਦ ਰੱਖਣਾ ਹੈ ਕਿ ਜਿਹੜੀ ਮੀਡੀਅਮ ਵਾਲੀ ਫੋਰਸ ਹੈ ਉਹ ਵੈਕਿਊਮ ਵਾਲੀ ਫੋਰਸ ਨਾਲੋਂ ਘੱਟ ਹੈ। ਕਿੰਨੀ ਘੱਟ ਹੈ ਬੇਟਾ? ਜਿੰਨਾ ਉਹਦਾ ਡਾਈਲੈਕਟ੍ਰਿਕ ਕੌਂਸਟੈਂਟ ਹੈ। ਮੀਡੀਅਮ ਵਾਲੀ ਫੋਰਸ ਕਿਵੇਂ ਨਿਕਾਲੀ ਜਾਂਦੀ ਹੈ? ਵੈਕਿਊਮ ਵਾਲੀ ਫੋਰਸ ਨੂੰ ਉਸ ਮੀਡੀਅਮ ਦੇ ਡਾਈਲੈਕਟ੍ਰਿਕ ਕੌਂਸਟੈਂਟ ਦੇ ਨਾਲ ਬੇਟਾ ਅਸੀਂ ਡਿਵਾਈਡ ਕਰ ਦੇਣਾ। ਹਾਂਜੀ ਬੇਟਾ ਕਲੀਅਰ। ਮੀਡੀਅਮ ਵਾਲੀ ਫੋਰਸ ਨਿਕਾਲਣੀ ਹੈ ਜੇ ਸਾਨੂੰ ਪਹਿਲਾਂ ਪਤਾ ਹੋਣੀ ਚਾਹੀਦੀ ਹੈ ਵੈਕਿਊਮ ਵਾਲੀ ਫੋਰਸ, ਉਹਨੂੰ ਡਾਈਲੈਕਟ੍ਰਿਕ ਕੌਂਸਟੈਂਟ ਨਾਲ ਬੇਟਾ ਡਿਵਾਈਡ ਕਰ ਦਿਓ। ਜਿਹੜਾ ਬੇਟਾ ਵਾਟਰ ਹੈ ਉਹਦਾ ਡਾਈਲੈਕਟ੍ਰਿਕ ਕੌਂਸਟੈਂਟ ਬੇਟਾ 80 ਹੁੰਦਾ ਹੈ, ਆਲਰੇਡੀ ਆਪਾਂ ਬੇਟਾ ਡਿਸਕਸ ਕੀਤਾ ਸੀ।
ਤੇ ਜਿਹੜਾ ਵਾਟਰ ਦਾ ਡਾਈਲੈਕਟ੍ਰਿਕ ਕਨਸਟੈਂਟ ਸਭ ਨਾਲੋਂ ਜ਼ਿਆਦਾ ਹੈ। ਤੇ ਜਦੋਂ ਕੋਈ ਵੀ ਦੋ ਜਿਹੜਾ ਚਾਰਜਿਸ ਜਿਹੜੇ ਨੇ ਜਿਨ੍ਹਾਂ ਵਿੱਚ ਸਟਰੋਂਗ ਫੋਰਸ ਆਫ ਅਟਰੈਕਸ਼ਨ ਹੈ, ਜਿਵੇਂ ਬੇਟਾ ਸੋਡੀਅਮ ਕਲੋਰਾਈਡ, ਉਹਨੂੰ ਅਸੀਂ ਪਾਣੀ 'ਚ ਰੱਖੋਗੇ ਤੇ ਬੇਟਾ ਪਾਣੀ 'ਚ ਰੱਖਦਿਆਂ ਸਾਰ ਹੀ ਜਿਹੜੀ ਪਹਿਲਾਂ ਫੋਰਸ ਸੀ ਉਹ 80 ਨਾਲ ਬੇਟਾ ਡਿਵਾਈਡ ਹੋ ਜਾਂਦੀ ਹੈ। ਹਾਂਜੀ ਬੇਟਾ ਕਲੀਅਰ। ਮੀਡੀਅਮ ਵਾਲੀ ਫੋਰਸ ਤੇ ਵੈਕਿਊਮ ਵਾਲੀ ਫੋਰਸ, ਬੇਟਾ ਇਹਦੇ ਚਾਰ ਰਿਲੇਸ਼ਨ ਪਹਿਲਾਂ ਯਾਦ ਰੱਖੋ। ਕਿਹੜੀ ਫੋਰਸ ਵੱਡੀ? ਵੈਕਿਊਮ ਵਾਲੀ। ਕਿਹੜੀ ਫੋਰਸ ਛੋਟੀ? ਮੀਡੀਅਮ ਵਾਲੀ। ਮੀਡੀਅਮ ਵਾਲੀ ਫੋਰਸ ਕਿਸ ਤਰ੍ਹਾਂ ਨਿਕਾਲਣੀ ਹੈ? ਵੈਕਿਊਮ ਵਾਲੀ ਨੂੰ ਬੇਟਾ K ਦੇ ਨਾਲ ਜਿਹੜਾ ਹੈ ਉਹ ਡਿਵਾਈਡ ਕਰ ਦੇਣਾ। ਨਾਓ ਕਮ ਟੂ ਪ੍ਰੋਬਲਮ। ਬੇਟਾ ਟੂ ਚਾਰਜਡ ਸਫੀਅਰ ਨੇ, ਸਾਡੇ ਕੋਲ ਉਹਨਾਂ 'ਚ ਡਿਸਟੈਂਸ ਹੈਗਾ D, ਦੋ ਸਫੀਅਰ 'ਚ ਡਿਸਟੈਂਸ D, ਬੇਟਾ ਫੋਰਸ ਉਹਨਾਂ ਵਿੱਚ ਲੱਗ ਰਹੀ ਸੀ F। ਇਫ ਦੇ ਆਰ ਇਮਰਸਡ ਇਨ ਲਿਕੁਇਡ, ਬੇਟਾ ਉਹਨਾਂ ਸਫੀਅਰ ਨੂੰ ਅਸੀਂ ਲਿਕੁਇਡ ਵਿੱਚ ਡਿਪ ਕਰਤਾ ਤੇ ਬੇਟਾ ਉਹਦਾ ਡਾਈਲੈਕਟ੍ਰਿਕ ਕਨਸਟੈਂਟ ਤੁਹਾਨੂੰ ਗਿਵਨ ਹੈ ਬੇਟਾ 2। ਬੇਟਾ ਇਹ ਜੇ K ਦੀ ਵੈਲਿਊ ਮੀਡੀਅਮ 'ਚ ਲੈ ਗਏ। ਦੈਨ ਫੋਰਸ ਐਗਜ਼ਰਟਿਡ ਬਾਈ ਦੈਮ ਵਿਲ ਨਾਓ ਬੀ, ਬੇਟਾ ਅਦਰ ਕੰਡੀਸ਼ਨ ਸੇਮ ਦਾ ਮਤਲਬ ਹੈ ਚਾਰਜਿਸ ਨੂੰ ਸੇਮ ਆਪਾਂ ਚੇਂਜ ਨਹੀਂ ਕੀਤਾ, ਡਿਸਟੈਂਸ ਨੂੰ ਵੀ ਬੇਟਾ ਆਪਾਂ ਵਿੱਚ ਚੇਂਜ ਨਹੀਂ ਕੀਤਾ। ਤੇ ਬੇਟਾ ਨਵੀਂ ਫੋਰਸ ਕਿੰਨੀ ਹੋਏਗੀ? ਪਹਿਲਾਂ ਫੋਰਸ ਲੱਗ ਰਹੀ ਸੀ ਬੇਟਾ F, ਇਹ ਹੋ ਗਈ ਬੇਟਾ ਵੈਕਿਊਮ ਵਾਲੀ। ਤੇ ਜਦੋਂ ਅਸੀਂ ਲਿਕੁਇਡ 'ਚ ਲੈ ਗਏ ਤੇ ਬੇਟਾ ਸਾਡਾ ਫਾਰਮੂਲਾ ਕੀ ਬਣ ਜਾਏਗਾ? ਜਿਹੜਾ ਮੀਡੀਅਮ ਵਾਲੀ ਫੋਰਸ ਹੈ ਆਪਾਂ ਹੁਣੇ ਡਿਸਕਸ ਕੀਤਾ ਕਿ ਵੈਕਿਊਮ ਵਾਲੀ ਨੂੰ ਬੇਟਾ K ਨਾਲ ਡਿਵਾਈਡ ਕਰੋ। ਇਹਦਾ ਮਤਲਬ ਬੇਟਾ ਮੀਡੀਅਮ ਵਾਲੀ F ਦਿੱਤੀ ਹੋਈ ਹੈ, ਵੈਕਿਊਮ ਵਾਲੀ F ਹੈ ਤੇ ਬੇਟਾ ਡਾਈਲੈਕਟ੍ਰਿਕ ਕਨਸਟੈਂਟ ਸਾਡਾ 2 ਹੈ। ਇਹਦਾ ਮਤਲਬ ਮੀਡੀਅਮ ਵਾਲੀ ਫੋਰਸ ਬੇਟਾ ਆ ਜਾਏਗੀ ਤੁਹਾਡੀ F/2 ਐਂਡ ਇਟ ਇਜ਼ ਦਾ ਆਂਸਰ D, F/2। ਹਾਂਜੀ ਬੇਟਾ ਕਲੀਅਰ। Now come to next problem 13। ਬੇਟਾ ਇੱਕ ਚਾਰਜ ਹੈ Q, ਬਿਲਕੁਲ ਸੈਂਟਰ ਤੇ ਪਿਆ ਹੈ, ਲਾਈਨ ਜੁਆਇਨਿੰਗ ਦਾ ਟੂ ਐਗਜ਼ੈਕਟਲੀ ਇਕੁਅਲ ਪੋਜ਼ਿਟਿਵ ਚਾਰਜਿਸ, ਈਚ ਹੈਵਿੰਗ ਚਾਰਜ Q। ਬੇਟਾ ਦੋ ਚਾਰਜਿਸ ਨੇ Q, ਉਹਦੇ ਬਿਲਕੁਲ ਸੈਂਟਰ ਤੇ ਇੱਕ ਬੇਟਾ ਸਮਾਲ q ਚਾਰਜ ਪਿਆ ਬਿਲਕੁਲ ਸੈਂਟਰ ਤੇ। ਸਿਸਟਮ ਆਫ 3 ਚਾਰਜਿਸ ਵਿਲ ਬੀ ਇਨ ਇਕੁਇਲਿਬਰੀਅਮ। ਜੀ ਬੇਟਾ ਜੇ ਸਾਡਾ ਸਿਸਟਮ ਇਕੁਇਲਿਬਰੀਅਮ ਚ ਹੋਵੇ ਤੇ ਬੇਟਾ ਅਸੀਂ ਇਹ q ਦੀ ਜਿਹੜੀ ਹੈ ਵੈਲਿਊ ਫਾਈਂਡ ਆਊਟ ਕਰਨੀ ਹੈ। ਬੇਟਾ ਇਹ ਕਾਫੀ ਇੰਪੋਰਟੈਂਟ ਹੈ, ਆਓ ਬੇਟਾ ਇਹਨੂੰ ਅਸੀਂ ਡਿਸਕਸ ਕਰਦੇ ਹਾਂ। ਬੇਟਾ ਇੱਕ ਚਾਰਜ ਹੈ ਕੈਪੀਟਲ Q, ਦੂਸਰਾ ਵੀ ਬੇਟਾ ਸਾਡੇ ਕੋਲ ਕੈਪੀਟਲ Q ਹੈ। ਬਿਲਕੁਲ ਇਹਦੇ ਸੈਂਟਰ ਤੇ ਸਾਡੇ ਕੋਲ ਇੱਕ ਤੀਸਰਾ ਚਾਰਜ ਪਿਆ ਬੇਟਾ ਸਮਾਲ q। ਬੇਟਾ ਇਹ ਦੋਨੋਂ ਡਿਸਟੈਂਸ ਜਿਹੜੇ ਹੋਣਗੇ ਬਿਲਕੁਲ ਸੇਮ ਹੋਣਗੇ। ਮੰਨ ਲਓ ਕਿ ਬੇਟਾ ਆਹ ਡਿਸਟੈਂਸ a ਹੈ ਤੇ ਬੇਟਾ ਆਹ ਵੀ ਡਿਸਟੈਂਸ ਸਾਡੇ ਕੋਲ a ਹੀ ਹੋਏਗਾ। ਇਹ ਦੋਨੋਂ ਚਾਰਜਿਸ ਬੇਟਾ ਸੇਮ ਸਾਈਨ ਦੇ ਨੇ, ਪੋਜ਼ਿਟਿਵ ਤੇ ਪੋਜ਼ਿਟਿਵ। ਹਾਂਜੀ ਬੇਟਾ ਕਲੀਅਰ। ਉਸ ਕੁਐਸਚਨ ਵਿੱਚ ਬੇਟਾ ਇੱਕ ਵਰਡ ਆਇਆ ਇਕੁਇਲਿਬਰੀਅਮ। ਆਓ ਬੇਟਾ ਨੂੰ ਡਿਸਕਸ ਕਰਦੇ ਹਾਂ। ਬੇਟਾ ਇਹ ਜਿਹੜਾ ਸਿਸਟਮ ਹੈ ਆਫ 3 ਚਾਰਜਿਸ, ਇਹ ਬੇਟਾ ਇਕੁਇਲਿਬਰੀਅਮ ਚ ਤਾਂ ਹੁੰਦਾ ਹੈ ਜੇਕਰ ਜਿਹੜੇ ਮਰਜ਼ੀ ਬੇਟਾ ਚਾਰਜ ਉੱਪਰ ਨੈਟ ਫੋਰਸ ਨਿਕਾਲ ਕੇ ਦੇਖੋ। ਬੇਟਾ ਜੇ ਉਹ ਫੋਰਸ ਤੁਹਾਡੀ 0 ਆਉਂਦੀ ਹੈ ਤਾਂ ਅਸੀਂ ਕਹਿ ਦਿੰਦੇ ਬੇਟਾ ਇਹ ਸਿਸਟਮ ਜਿਹੜਾ ਹੈ ਇਕੁਇਲਿਬਰੀਅਮ 'ਚ ਹੈ। ਇਹਦਾ ਮਤਲਬ ਇਕੁਇਲਿਬਰੀਅਮ ਦਾ ਮਤਲਬ ਹੈ ਕਿ ਸਾਡੇ ਕੋਲ ਕਿਸੇ ਵੀ ਚਾਰਜ ਉੱਪਰ ਅਸੀਂ ਜੇ ਨੈਟ ਫੋਰਸ ਨਿਕਾਲਦੇ ਹਾਂ ਤਾਂ ਬੇਟਾ ਉਹ ਸਾਡੇ ਕੋਲ 0 ਆਉਣੀ ਚਾਹੀਦੀ ਹੈ। ਹਾਂਜੀ ਬੇਟਾ ਕਲੀਅਰ। ਹੁਣ ਬੇਟਾ ਇਹ ਧਿਆਨ ਰੱਖਣਾ ਹੈ, ਜਿਹੜਾ ਇਹ Q ਹੈ ਇਹਦਾ ਜੇਕਰ ਮੈਗਨੀਟਿਊਡ ਅਸੀਂ ਨਿਕਾਲਣਾ ਹੈ ਤੇ ਬੇਟਾ ਨੈਟ ਫੋਰਸ ਜਿਹੜੀ ਹੈ ਸਾਈਡਾਂ ਵਾਲੇ ਉੱਪਰ ਨਿਕਾਲੋ, ਭਾਵੇਂ ਇਹਦੇ ਉੱਪਰ ਨਿਕਾਲੋ ਭਾਵੇਂ ਇਹਦੇ ਉੱਪਰ ਨਿਕਾਲੋ। ਅਸੀਂ ਜਦੋਂ ਵੀ Q ਦੀ ਵੈਲਿਊ ਨਿਕਾਲਣੀ ਹੈ ਤੇ ਸਾਈਡਾਂ ਵਾਲੇ ਉੱਪਰ ਬੇਟਾ ਨੈਟ ਫੋਰਸ ਜਿਹੜੀ ਨਿਕਾਲਦੇ ਆ ਉਹਨੂੰ 0 ਕਰਦੇ ਆ। ਨਾਓ ਇਸ ਚਾਰਜ ਉੱਪਰ ਬੇਟਾ ਕੌਣ ਕੌਣ ਫੋਰਸ ਲਗਾਏਗਾ? ਪਹਿਲਾ ਬੇਟਾ ਤੇ ਆਹ ਚਾਰਜ ਜਿਹੜਾ ਹੈ ਇੱਕ ਆ ਵੀ ਲਗਾਏਗਾ, ਇੱਕ ਆ ਦੂਸਰਾ ਚਾਰਜ ਵੀ ਲਗਾਏਗਾ ਤੇ ਬੇਟਾ ਦੋਨਾਂ ਦਾ ਜਿਹੜਾ ਨੈਟ ਇਫੈਕਟ ਹੈ ਉਹ 0 ਹੋਣਾ ਚਾਹੀਦਾ ਹੈ। ਸਾਡੇ ਕੋਲ ਬੇਟਾ ਇੱਕ ਫੋਰਸ ਆਏਗੀ 1/4 ਪਾਈ ਐਪਸੀਲੋਨ ਨੋਟ QQ, ਇਹਦੇ ਕਰਕੇ ਫੋਰਸ ਲੱਗੀ, ਡਿਵਾਈਡਡ ਬਾਈ ਬੇਟਾ A² ਪਲੱਸ ਬੇਟਾ ਇਹਦੇ ਉੱਪਰ ਜਿਹੜੀ ਹੈ ਆ ਵੀ ਫੋਰਸ ਲਗਾਏਗਾ ਤੇ ਬੇਟਾ ਆਏਗਾ 1/4 ਪਾਈ ਐਪਸੀਲੋਨ ਨੋਟ
Q ਇੰਟੂ ਕੈਪੀਟਲ Q ਬੇਟਾ ਡਿਸਟੈਂਸ ਜਿਹੜਾ ਹੈ ਇਹਦੇ ਵਿੱਚ ਆ ਜਾਏਗਾ ਤੁਹਾਡੇ ਕੋਲ 2A ਦਾ ਆ ਜਾਏਗਾ ਬੇਟਾ ਸਕੇਅਰ, ਡਿਸਟੈਂਸ ਬੇਟਾ ਡਬਲ ਹੋ ਗਿਆ। ਬਟ ਸਿਸਟਮ ਬੇਟਾ ਇਕੁਇਲਿਬਰੀਅਮ 'ਚ ਹੈ, ਜੇ ਬੇਟਾ ਇਕੁਇਲਿਬਰੀਅਮ 'ਚ ਹੈ ਤਾਂ ਤੁਹਾਡੇ ਕੋਲ ਨੈਟ ਫੋਰਸ ਜਿਹੜੀ ਹੈ ਉਹ 0 ਹੋਣੀ ਚਾਹੀਦੀ ਹੈ। ਬੇਟਾ ਇਹਨੂੰ ਆਪਾਂ ਉੱਧਰ ਲੈ ਜੰਨੇ ਆ 1/4 ਪਾਈ ਐਪਸਾਈਲਨ ਨੋਟ Q ਇੰਟੂ Q ਓਵਰ A ਸਕੇਅਰ ਇਜ਼ ਇਕੁਅਲ ਟੂ ਮਾਈਨਸ 1/4 ਪਾਈ ਐਪਸਾਈਲਨ ਨੋਟ Q ਡਿਵਾਈਡਡ ਬਾਈ 4A ਸਕੇਅਰ। ਬੇਟਾ ਆ ਦੋਨੋਂ ਚੀਜ਼ਾਂ ਜਿਹੜੀਆਂ ਕੈਂਸਲ ਹੋ ਗਈਆਂ, ਇੱਕ ਕੈਪੀਟਲ Q ਵੀ ਕੈਂਸਲ ਹੋ ਗਿਆ, A ਸਕੇਅਰ ਦਾ A ਸਕੇਅਰ ਕੈਂਸਲ, ਤੇ ਬੇਟਾ ਸਮਾਲ q ਦੀ ਜਿਹੜੀ ਵੈਲਿਊ ਆ ਗਈ ਸਾਡੇ ਕੋਲ ਆਏਗੀ, ਇਹਨੂੰ ਉਧਰ ਲੈ ਕੇ ਗਏ ਸੀ ਬੇਟਾ, ਤੇ ਮਾਈਨਸ Q ਡਿਵਾਈਡਡ ਬਾਈ 4 ਦੈਟ ਇਜ਼ ਦਾ ਵੈਲਿਊ ਆਫ ਸਮਾਲ q। ਹਾਂਜੀ ਬੇਟਾ ਕਲੀਅਰ। ਇਹ ਬੇਟਾ ਵੈਲਿਊ ਜਿਹੜੀ ਮਾਈਨਸ ਦੀ ਵੈਲਿਊ ਆਈ ਹੈ, ਹਾਂਜੀ ਬੇਟਾ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਇਹ ਚਾਰਜ ਹੈ ਇਸ ਚਾਰਜ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੇਗਾ। ਦੂਸਰਾ ਚਾਰਜ ਵੀ ਪੋਜ਼ਿਟਿਵ ਹੈ ਬੇਟਾ, ਕਿਉਂਕਿ ਆ ਨੈਗੇਟਿਵ ਵੈਲਿਊ ਆਈ ਬੇਟਾ, ਆ ਜਿਹੜੀ ਵੈਲਿਊ ਆਈ ਹੈ ਬੇਟਾ Q ਦੀ, ਆ ਨੈਗੇਟਿਵ ਹੈ, ਪਲੱਸ Q ਚਾਰਜ ਬੇਟਾ ਇਹਨੂੰ ਆਪਣੇ ਵੱਲ ਅਟਰੈਕਟ ਕਰੇਗਾ, ਤੇ ਬੇਟਾ ਆ ਵੀ ਪਲੱਸ Q ਇਹਨੂੰ ਆਪਣੇ ਵੱਲ ਅਟਰੈਕਟ ਕਰੇਗਾ। ਡਿਸਟੈਂਸ ਬੇਟਾ ਦੋਨਾਂ ਵਿੱਚ ਸੇਮ, ਚਾਰਜਿਸ ਵੀ ਸੇਮ ਨੇ, ਤੇ ਬੇਟਾ ਆ ਜਿਹੜਾ ਚਾਰਜ ਹੈ ਨਾ ਇਹਦੇ ਵੱਲ ਅਟਰੈਕਟ ਹੋਏਗਾ ਨਾ ਇਹਦੇ ਵੱਲ, ਇਹ ਦੋਨੋਂ ਫੋਰਸਿਸ ਬੇਟਾ ਇਕੁਅਲ ਤੇ ਆਪੋਜਿਟ ਹੋਣ ਕਰਕੇ ਇੱਕ ਦੂਸਰੇ ਦਾ ਇਫੈਕਟ ਕੈਂਸਲ ਕਰਨਗੀਆਂ, ਤੇ ਬੇਟਾ ਜਿਹੜਾ ਤੁਹਾਡਾ ਸਿਸਟਮ ਹੈ ਉਹ ਤੁਹਾਡਾ ਇਕੁਇਲਿਬਰੀਅਮ ਵਿੱਚ ਰਹੇਗਾ। ਹਾਂਜੀ ਬੇਟਾ ਕਲੀਅਰ। ਆਓ ਇਹਦਾ ਜਿਹੜੀ ਹੈ ਇਹਦੀ ਆਪਸ਼ਨ ਦੇਖਦੇ ਹਾਂ। ਨਾਓ ਦੀ ਆਨਸਰ ਵਿਲ ਬੀ A ਮਾਈਨਸ Q/4। ਹਾਂਜੀ ਬੇਟਾ ਕਲੀਅਰ। ਚਾਰਜਿਸ ਇਕੁਇਲਿਬਰੀਅਮ ਦਾ ਮਤਲਬ ਕਿਸੇ ਵੀ ਚਾਰਜ ਉੱਪਰ ਤੁਸੀਂ ਨੈਟ ਫੋਰਸ ਨਿਕਾਲੋ ਉਹ ਹਮੇਸ਼ਾ ਬੇਟਾ ਉਹ 0 ਆਉਣੀ ਚਾਹੀਦੀ ਹੈ। ਨਾਓ ਇਸ ਤੋਂ ਬਾਅਦ ਬੇਟਾ ਜਿਹੜੀ ਪ੍ਰੋਬਲਮ ਨੰਬਰ ਜਿਹੜੀ ਹੈ 14 ਅਸੀਂ ਜਿਹੜੀ ਹੈ ਨੈਕਸਟ ਲੈਕਚਰ ਵਿੱਚ ਜਿਹੜਾ ਉਹ ਡਿਸਕਸ ਕਰਦੇ ਹਾਂ।